ਆਈਕੋਨਿਕ ਵੀਕ ਦੇ ਸਮਾਰੋਹ ਵਿੱਚ ਪ੍ਰੋਗਰਾਮ ਵਿੱਚ ਉਪਸਥਿਤ ਸਾਡੇ ਪੰਚਾਇਤ ਰਾਜ ਮੰਤਰਾਲਾ ਦੇ ਸਚਿਵ ਸਨਮਾਨਯੋਗ ਸੁਨੀਲ ਕੁਮਾਰ ਜੀ, ਗ੍ਰਾਮੀਣ ਵਿਕਾਸ ਦੇ ਸਚਿਵ ਸਨਮਾਨਯੋਗ ਨਗੇਂਦਰ ਨਾਥ ਸਿਨਹਾ ਜੀ, ਆਰਥਿਕ ਸਚਿਵ ਚੰਦਰ ਸ਼ੇਖਰ ਕੁਮਾਰ ਜੀ ਜਿਨ੍ਹਾਂ ਨੇ ਸਾਨੂੰ ਹੁਣੇ ਮਾਰਗਦਰਸ਼ਨ ਕੀਤਾ, UNDP ਦੇ ਨਿਵਾਸੀ ਪ੍ਰਤੀਨਿਧੀ ਸ਼੍ਰੀਮਤੀ ਸ਼ੋਕੋ ਨੋਡਾ ਜੀ, ਸਾਡੇ ਸੰਯੁਕਤ ਸਚਿਵ ਮਾਨਯੋਗ ਰੇਖਾ ਜੀ, ਉਪਸਥਿਤ ਭਰਾਵੋ ਤੇ ਭੈਣੋ, ਸਭ ਤੋਂ ਪਹਿਲਾਂ ਤਾਂ ਮੈਂ ਪੰਚਾਇਤ ਰਾਜ ਮੰਤਰਾਲਾ ਦੇ ਸਚਿਵ ਅਤੇ ਉਹਨਾਂ ਦੇ ਨਾਲ ਸਾਡੇ ਜੁੜੇ ਹੋਏ ਸਾਡੇ ਮੰਤਰਾਲਾ ਦੇ ਸਾਰੇ ਹੀ ਅਧਿਕਾਰੀਗਣ, ਕਰਮਚਾਰੀਗਣ, ਇਹਨਾਂ ਨੂੰ ਮੈਂ ਵਧਾਈ ਦਿੰਦਾ ਵਾਂ। ਇਹਨਾਂ ਚੰਗਾ ਪ੍ਰੋਗਰਾਮ ਤੁਸੀਂ 11 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਕੀਤਾ, ਜਿਹਦਾ ਪੈਸਿਆਂ 'ਚ ਮੁਲਾਂਕਣ ਕਰਨਾ ਪਏਗਾ ਤਾਂ ਉਸ ਦਾ ਕੋਈ ਮੋਲ ਨਹੀਂ ਹੋਣਾ। ਇਹ ਜਿਸ ਤਰ੍ਹਾਂ ਨਗੇਂਦਰ ਜੀ ਨੇ ਆਖਿਆ ਕਿ ਇਹ ਵਿਚਾਰਾਂ ਦਾ ਮੰਥਨ ਮਹਾਕੁੰਭ ਹੈ, ਵਿਚਾਰਾਂ ਦਾ ਮੰਥਨ, ਉਹਨਾਂ ਨੇ ਆਖਿਆ ਕਿ ਇਹ ਮੰਥਨ ਹੈ, ਮਹਾਕੁੰਭ ਤੇ ਮੰਥਨ ਹੋ ਰਿਹਾ ਹੈ, ਜਾਣੇ ਵਿਚਾਰਾਂ ਦਾ ਮੰਥਨ ਹੋ ਰਿਹਾ ਹੈ, ਅਤੇ ਜਿੱਥੇ ਵਿਚਾਰ ਹੁੰਦਾ ਹੈ ਉੱਥੇ ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ। ਮੈਂ ਤਾਂ ਹਮੇਸ਼ਾ ਕਹਿੰਦਾ ਵਾਂ ਕਿ ਜੇਕਰ ਮੇਰੇ ਕੋਲ 1 ਰੁਪਈਆ ਹੈ ਅਤੇ ਤੁਹਾਡੇ ਕੋਲ 1 ਰੁਪਈਆ ਹੈ, ਮੇਰੇ ਕੋਲ ਇੱਕ ਵਿਚਾਰ ਹੈ ਅਤੇ ਤੁਹਾਡੇ ਕੋਲ ਇੱਕ ਵਿਚਾਰ ਹੈ, ਤੁਸੀਂ ਮੇਰੇ ਕੋਲ 1 ਰੁਪਈਆ ਮੰਗਿਆ, ਤੁਹਾਡੇ ਕੋਲ 2 ਹੋ ਜਾਣਗੇ, ਮੇਰੇ ਕੋਲ ਕੁਝ ਨਹੀਂ ਬਚੇਗਾ। ਮੇਰੇ ਕੋਲ ਜਿਹੜਾ ਵਿਚਾਰ ਹੈ, ਤੁਹਾਡੇ ਕੋਲ ਵੀ ਵਿਚਾਰ ਹੈ, ਤੁਸੀਂ ਮੇਰੇ ਕੋਲੋਂ ਇੱਕ ਵਿਚਾਰ ਮੰਗਿਆ, ਤੁਹਾਡੇ ਕੋਲੋਂ ਮੈਂ ਮੰਗਿਆ, ਤਾਂ ਦੋਹਾਂ ਦੇ ਕੋਲ 2-2 ਵਿਚਾਰ ਹੋ ਜਾਣਗੇ। ਅਤੇ ਸਹੀ ਮਾਇਨੇ ਵਿੱਚ ਇਸ ਆਈਕੋਨਿਕ ਵੀਕ ਵਿੱਚ ਇਹੀ ਸਭ ਦੇਣ ਦਾ ਕੰਮ ਸਾਡੇ ਪੰਚਾਇਤ ਰਾਜ ਦੇ ਮਾਧਿਅਮ ਨਾਲ, ਅਲੱਗ-ਅਲੱਗ ਜਿਹੜੇ ਵਕਤਾ ਆਏ ਹਨ ਉਹਨਾਂ ਦੇ ਮਾਧਿਅਮ ਨਾਲ ਇੱਥੇ ਹੋਇਆ ਹੈ। ਮੈਂ ਇਹ ਤਾਂ ਦਾਅਵਾ ਨਹੀਂ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਲੋਕਾਂ ਨੇ ਦੀਪ ਪ੍ਰਜਵਲਿਤ ਇੱਥੇ ਕੀਤਾ, ਮੈਂ ਆਖਿਆ ਕਿ ਵਿਚਾਰਾਂ ਦਾ ਮੰਥਨ ਇੱਥੇ ਹੋ ਰਿਹਾ ਹੈ, ਤਾਂ ਇਸ ਤਰ੍ਹਾਂ ਸਮਝ ਲਓ ਕਿ ਵਿਚਾਰਾਂ ਦਾ ਇੱਥੇ ਦੀਪ ਜਲਿਆ ਹੈ। ਇਹਨਾਂ ਵਿਚਾਰਾਂ ਦੇ ਦੀਪਾਂ ਨਾਲ ਤੁਸੀਂ ਲੋਕਾਂ ਨੇ ਜਿਹੜਾ ਕੰਮ ਕਰਨਾ ਹੈ, ਉਸ ਦੇ ਵਿੱਚ ਜਿਹੜਾ ਹਨੇਰਾ ਹੈ, ਉਹ ਸਾਰਾ ਹਨੇਰਾ ਇੱਥੇ ਖਤਮ ਹੋ ਜਾਏਗਾ। ਇਸ ਤਰ੍ਹਾਂ ਦਾ ਮੈਂ ਦਾਅਵਾ ਨਹੀਂ ਕਰਾਂਗਾ, ਲੇਕਿਨ ਇੱਥੇ ਜਿਹੜਾ ਤੁਹਾਨੂੰ ਵਿਚਾਰ ਮਿਲਿਆ ਹੈ, ਜਿਸ ਨਾਲ ਤੁਹਾਡਾ ਆਤਮ ਬਲ ਵਧਿਆ ਹੈ, ਤੁਹਾਡੇ ਵਿੱਚ ਜਿਹੜਾ ਆਤਮ ਵਿਸ਼ਵਾਸ ਆਇਆ ਹੈ, ਉਸ ਦੀ ਵਜ੍ਹਾ ਕਰਕੇ ਮੈਂ ਇੱਕ ਦਾਅਵਾ ਤੇ ਜ਼ਰੂਰ ਕਰਾਂਗਾ, ਜਿਹੜਾ ਵੀ ਇੱਥੋਂ ਤੁਸੀਂ ਵਿਚਾਰ ਲੈ ਕੇ ਜਾ ਰਹੇ ਹੋ, ਜੇ ਦੁਨੀਆ ਦਾ ਸਾਰਾ ਹਨੇਰਾ ਵੀ ਇੱਕ ਵਾਰੀ ਮਿਲ ਕੇ ਆ ਜਾਵੇ ਤਾਂ ਉਸ ਦੇ ਉਜਾਲੇ ਨੂੰ ਉਹ ਨਸ਼ਟ ਨਹੀਂ ਕਰ ਸਕੇਗਾ। ਇਹ ਸਹੀ ਮਾਇਨਿਆਂ ਵਿੱਚ ਵਿਚਾਰਾਂ ਦੀ ਦੇਣ ਹੈ। ਅਤੇ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜਿਹੜਾ ਕੁਝ ਵੀ ਤੁਹਾਨੂੰ ਇੱਥੇ ਮਿਲਿਆ ਹੈ, ਮੈਂ ਉਸ ਨੂੰ ਦੁਬਾਰਾ ਮੈਂ ਇੱਥੇ ਦੁਹਰਾਵਾਂਗਾ ਨਹੀਂ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਆਖਾਂਗਾ। ਇੱਕ ਵਾਰੀ ਮੈਂ ਇੱਕ ਡੈਂਟਿਸਟ ਦੇ ਕੋਲ ਗਿਆ ਸੀ, ਤਾਂ ਉਸਨੇ ਮੇਰਾ ਟ੍ਰੀਟਮੈਂਟ ਕਰਦੇ ਕਰਦੇ ਉਸ ਦਾ ਇੱਕ ਕਬਰਡ ਖੋਲ੍ਹ ਦਿੱਤਾ, ਉਹ ਸ਼ਟਰ ਖੁੱਲ੍ਹਾ ਰਹਿ ਗਿਆ। ਮੇਰੀ ਨਜ਼ਰ ਉਸ 'ਤੇ, ਉਹ ਟ੍ਰੀਟਮੈਂਟ ਕਰ ਰਿਹਾ, ਮੇਰੀ ਨਜ਼ਰ ਉਸ 'ਤੇ ਜਾ ਰਹੀ ਹੈ। ਉਸ 'ਤੇ ਲਿਖਿਆ ਸੀ ਕਿ ਉਸ ਦੀ ਨਵੀਂ ਸ਼ਾਦੀ ਹੋਈ ਸੀ, ਮੇਰੇ ਨਾਲ ਜਿਮ ਵਿੱਚ ਵੀ ਸੀ, ਉਹ ਪਹਿਲਾਂ ਤੋਂ ਮੇਰਾ ਪਰਿਚਿਤ ਸੀ। ਤਾਂ ਉਸਨੇ ਲਿਖਿਆ ਸੀ, ਸਾਲ ਲਿਖਿਆ ਸੀ, ਮਹੀਨੇ ਲਿਖੇ ਸੀ। ਇਸ ਸਾਲ ਵਿੱਚ ਮਿਸਿਸ ਲਈ ਗੱਡੀ ਖਰੀਦਣੀ ਹੈ, ਉਸ ਦੇ ਲਈ ਗੱਡੀ ਸੀ। ਉਸਨੇ ਲਿਖਿਆ ਸੀ ਇੱਕ ਮਿਸਿਸ ਵਾਸਤੇ ਗੱਡੀ ਖਰੀਦਣੀ ਹੈ। ਫਿਰ ਇਸ ਸਾਲ ਵਿੱਚ ਇੱਕ ਘਰ ਖਰੀਦਣਾ ਹੈ। ਫਿਰ ਇਸ ਤਰ੍ਹਾਂ ਉਸਨੇ ਸਾਰਾ ਪ੍ਰੋਗਰਾਮ ਉਸ 'ਤੇ ਲਿਖਿਆ ਹੋਇਆ ਸੀ। ਮੈਂ ਬੋਲਿਆ ਵੀ ਇਹ ਕੀ ਲਿਖਿਆ ਹੈ? ਇਹ ਮੈਨੂੰ ਹਰ ਰੋਜ਼ ਯਾਦ ਦਿਲਾਉਂਦਾ ਹੈ ਕਿ ਮੈਂ ਕੀ ਕਰਨਾ ਹੈ, ਕਿਸ ਤਰ੍ਹਾਂ ਮਿਹਨਤ ਕਰਨੀ ਹੈ। ਤੁਹਾਨੂੰ ਇੱਥੋਂ ਜਾ ਕੇ ਇਹੀ ਕਰਨਾ ਹੈ। ਇਹ 9 ਜਿਹੜੇ ਸਸਟੇਨੇਬਲ ਗੋਲ ਹੈਗੇ, ਨਗੇਂਦਰ ਜੀ ਨੇ ਆਖਿਆ ਕਿ ਤੁਹਾਨੂੰ ਸਾਰੇ ਕਰੋਗੇ ਤਾਂ ਇਹ ਚੰਗਾ ਹੈ, ਜੇ ਨਹੀਂ ਕੀਤਾ ਤਾਂ ਤੁਹਾਨੂੰ ਇਹ ਕਰਨਾ ਹੈ, ਤੁਹਾਡੇ ਉੱਤੇ ਹੈ। ਲੇਕਿਨ ਤੁਸੀਂ ਸਾਰੇ 9 ਨੂੰ ਜਿਹੜੇ ਗੋਲ ਨੇ ਉਸ ਨੂੰ ਲਿਖ ਕੇ ਰੱਖੋ। 2015 ਤੋਂ ਲੈ ਕੇ 2030 ਤੱਕ ਤੁਹਾਡੇ ਕੋਲ 15 ਸਾਲ ਨੇ।
ਇਹ 15 ਸਾਲਾਂ ਵਿੱਚ ਕਿੰਨੇ ਸਾਲਾਂ ਵਿੱਚ ਤੁਸੀਂ ਕਿਹੜਾ ਗੋਲ ਅਚੀਵ ਕਰ ਸਕਦੇ ਹੋ। ਹਰ ਦਿਨ ਸਵੇਰੇ ਸਵੇਰੇ ਜਿਸ ਤਰ੍ਹਾਂ ਸਾਨੂੰ ਚਾਹ ਦੀ ਜ਼ਰੂਰਤ ਪੈਂਦੀ ਹੈ, ਉਸੇ ਤਰ੍ਹਾਂ ਸਾਨੂੰ ਇਹ ਪ੍ਰੇਰਣਾ ਦਿੰਦਾ ਰਹੇਗਾ ਕਿ ਇਸ ਜਗ੍ਹਾ 'ਤੇ ਇਹ ਲਿਖੋ, ਕਿ ਤੁਹਾਨੂੰ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ ਅਤੇ ਤੁਹਾਨੂੰ ਯਾਦ ਦਿਲਾਉਂਦਾ ਰਹੇਗਾ ਕਿ ਤੁਹਾਨੂੰ ਇਹ ਕਰਨਾ ਹੈ। ਲੇਕਿਨ ਤੁਸੀਂ ਇਹ ਇਕੱਲੇ ਨਹੀਂ ਕਰ ਸਕਦੇ। ਮੈਂ ਕੱਲ੍ਹ ਵੀ ਆਖਿਆ ਸੀ ਕਿ ਇਸ ਤਰ੍ਹਾਂ ਹੈ, ਪਿੰਡਾਂ ਦੇ ਲੋਕਾਂ ਦਾ ਇੱਕ ਸਾਥ ਆਉਣਾ ਇਹ ਸ਼ੁਰੂਆਤ ਹੈ। ਇੱਕ ਸਾਥ ਰਹਿਣਾ ਇਸ ਨੂੰ ਪ੍ਰਗਤੀ ਆਖਦੇ ਨੇ, ਲੇਕਿਨ ਇਕੱਠੇ ਮਿਲ ਕੇ ਕੰਮ ਕਰਨਾ ਇਸ ਨੂੰ ਯਸ਼ ਕਹਿੰਦੇ ਨੇ। ਜੇਕਰ ਤੁਸੀਂ ਸਾਰਿਆਂ ਨੂੰ ਲੈ ਕੇ ਇਕੱਠੇ ਕੰਮ ਕਰੋਗੇ ਤਾਂ ਯਕੀਨੀ ਤੌਰ 'ਤੇ ਤੁਹਾਨੂੰ ਜ਼ਰੂਰ ਯਸ਼ ਮਿਲੇਗਾ। ਲੇਕਿਨ ਇਸ ਦੇ ਲਈ ਤੁਹਾਨੂੰ ਇਹ ਟਾਰਗੇਟ ਅਚੀਵ ਕਰਨ ਵਾਸਤੇ ਕੁਝ ਨਾ ਕੁਝ ਤੁਹਾਨੂੰ ਕਰਨਾ ਤਾਂ ਪਏਗਾ। ਇਸ ਨੂੰ ਸਾਡੇ APJ ਅਬਦੁਲ ਕਲਾਮ ਹਮੇਸ਼ਾ ਕਹਿੰਦੇ ਸੀ, ਆਦਮੀ ਨੂੰ ਹਮੇਸ਼ਾ ਸੁਪਨੇ ਵੇਖਣੇ ਚਾਹੀਦੇ ਨੇ। ਸੁਪਨੇ ਕਿਹੜੇ? ਉਹ ਸੌਣ ਵੇਲੇ ਸਾਨੂੰ ਜਿਹੜੇ ਆਉਂਦੇ ਨੇ ਉਹ ਨਹੀਂ, ਸੁਪਨੇ ਉਹ ਵੇਖੋ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਇਹ ਸਾਡੇ ਪਿੰਡ ਦੇ ਵਿਕਾਸ ਲਈ ਜਿਹੜਾ ਸਸਟੇਨੇਬਲ ਬੋਰਡ ਹੈ, ਇਸ ਦਾ ਸੁਪਨਾ ਤੁਹਾਨੂੰ ਵੇਖਣਾ ਹੈ। ਇਹ ਇਸ ਤਰ੍ਹਾਂ ਸੇ ਇਸ ਨੂੰ ਤੁਸੀਂ ਇੱਥੋਂ ਜਾ ਕੇ ਆਤਮਸਾਤ ਕਰੋ ਕਿ ਇਹ ਸਾਨੂੰ ਸੌਣ ਨਹੀਂ ਦੇ ਰਹੇ। ਜਦ ਤੱਕ ਅਸੀਂ ਨਹੀਂ ਕਰਾਂਗੇ, ਸਾਡੇ ਪ੍ਰਧਾਨ ਮੰਤਰੀ ਜੀ ਦੀ ਸੋਚ ਹੀ ਇਹੀ ਹੈ। ਇਸੇ ਕਰਕੇ ਤੇ ਅੱਜ ਵੇਖੋ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਤੁਸੀਂ ਸੁਭਾਗਸ਼ਾਲੀ ਹੋ ਜਿਹੜਾ ਤੁਹਾਨੂੰ ਮਾਰਗਦਰਸ਼ਨ ਮਿਲ ਰਿਹਾ ਹੈ। ਮੈਨੂੰ ਸੁਨੀਲ ਜੀ ਦੱਸ ਰਹੇ ਸਨ ਕਿ ਤਕਰੀਬਨ 5000 ਜਨ ਪ੍ਰਤੀਨਿਧੀ ਇੱਥੇ ਆਏ ਨੇ। ਤੁਹਾਨੂੰ ਇੱਥੇ ਆ ਕੇ ਗਿਆਨ ਮਿਲਿਆ ਜਾਂ ਨਹੀਂ ਮਿਲਿਆ, ਤੁਸੀਂ ਇੱਥੋਂ ਕੀ ਗਿਆਨ ਲੈ ਕੇ ਜਾ ਰਹੇ ਹੋ, ਇਹ ਵੀ ਤੁਹਾਨੂੰ ਪਤਾ ਹੈ। ਲੇਕਿਨ ਇੱਥੋਂ ਜਾਣ ਦੇ ਬਾਅਦ ਜਿਸ ਤਰ੍ਹਾਂ ਮੈਂ ਆਖਿਆ ਕਿ ਇੱਕ ਵਿਚਾਰ ਤੁਸੀਂ ਇੱਕ ਦੂਜੇ ਨੂੰ ਦਿਓਗੇ ਤਾਂ ਦੋ ਰਹਿਣਗੇ, ਤੇ ਇੱਥੇ 5000 ਲੋਕ ਆਏ ਨੇ, ਲੇਕਿਨ 30 ਲੱਖ ਜਨ ਪ੍ਰਤੀਨਿਧੀ ਹਨ। ਮਾਊਥ ਪਬਲਿਸਿਟੀ ਹੁੰਦੀ ਹੈ, ਉਹ ਬਹੁਤ ਵੱਡੀ ਹੁੰਦੀ ਹੈ। ਅਸੀਂ ਕਿੰਨੇ ਵੀ TV ਤੇ ਚਲਾਵਾਂਗੇ, ਉਸ ਦਾ ਅਸਰ ਨਹੀਂ ਹੁੰਦਾ ਜੇਕਰ ਅਸੀਂ ਮਾਊਥ ਪਬਲਿਸਿਟੀ ਕਰਾਂਗੇ। ਤੁਸੀਂ ਇੱਥੋਂ ਜਾਣ ਦੇ ਬਾਅਦ ਇਸ ਤਰ੍ਹਾਂ ਇਸ ਦੀ ਮਾਊਥ ਪਬਲਿਸਿਟੀ ਕਰੋ, ਜਿਹੜਾ ਇੱਥੇ ਨਹੀਂ ਆਇਆ ਉਸ ਨੂੰ ਪਛਤਾਵਾ ਹੋਣਾ ਚਾਹੀਦਾ ਹੈ ਕਿ ਉਹ ਉੱਥੇ ਕਿਉਂ ਨਹੀਂ ਗਿਆ। ਮੇਰੇ ਗਿਆਨ ਵਿੱਚ ਵਧੋਤਰੀ ਨਹੀਂ ਹੋਈ, ਮੈਂ ਜਾਂਦਾ ਤੇ ਮੈਨੂੰ ਵੀ ਉਹ ਗਿਆਨ ਮਿਲਦਾ। ਪਰ ਕੰਮ ਇਸ ਤਰੀਕੇ ਕਰੋ ਕਿ ਤੁਹਾਡੇ ਕੰਮ ਨਾਲ ਦੂਜਿਆਂ ਨੂੰ ਪ੍ਰੇਰਣਾ ਵੀ ਮਿਲੇ। ਜਿਸ ਤਰ੍ਹਾਂ ਅੱਜ 2 ਵੀਡੀਓ ਇੱਥੇ ਚੱਲੇ, ਤਾਂ ਕੱਲ੍ਹ ਤੁਹਾਡਾ ਵੀ ਇੱਥੇ ਵੀਡੀਓ ਆਉਣਾ ਚਾਹੀਦਾ ਹੈ। ਅਤੇ ਮੈਂ ਵੇਖ ਵੀ ਰਿਹਾ, ਤੇ ਪਹਿਲੇ ਦਿਨ ਤੋਂ ਮੈਂ ਇੱਥੇ ਸੁਣ ਵੀ ਰਿਹਾ। ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਦਾ ਮੈਂ ਸੁਣ ਰਿਹਾ। ਤੁਹਾਡੇ ਅੰਦਰ ਜਿਹੜਾ ਆਤਮ ਵਿਸ਼ਵਾਸ ਆਇਆ ਹੈ, ਇੱਥੇ ਦਿੱਲੀ 'ਚ ਆ ਕੇ ਇੱਕ ਪਿੰਡ ਦੇ ਪ੍ਰਧਾਨ ਦੀ ਇੱਥੇ ਸਪੀਚ ਦੇਣਾ ਇਹ ਮਾਮੂਲੀ ਗੱਲ ਨਹੀਂ ਹੈ। ਪਿੰਡ ਦੇ ਪ੍ਰਧਾਨ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ, ਲੇਕਿਨ ਇੱਥੇ ਦਿੱਲੀ 'ਚ ਆ ਕੇ ਆਪਣੇ ਪਿੰਡ ਵਿੱਚ ਉਸਨੇ ਕੀ ਕੀਤਾ ਹੈ, ਉਹ ਕੰਮ ਦੱਸਣ ਵਾਸਤੇ ਇੰਨਾ ਆਤਮ ਵਿਸ਼ਵਾਸ ਉਸ ਦੇ ਵਿੱਚ ਆਇਆ। ਉਹ ਕਿਸ ਤਰ੍ਹਾਂ ਆਇਆ ਹੈ? ਇਸ ਨੇ ਜਿਹੜਾ ਪਿੰਡ ਵਿੱਚ ਕੰਮ ਕੀਤਾ ਉਸ ਨਾਲ ਆਇਆ। ਸਾਡੇ ਪੰਚਾਇਤ ਰਾਜ ਮੰਤਰਾਲਾ ਵਿੱਚ ਗ੍ਰਾਮੀਣ ਵਿਕਾਸ ਮੰਤਰਾਲਾ ਹੈ। ਸਾਡੇ ਪ੍ਰਧਾਨ ਮੰਤਰੀ ਦੀ ਸੋਚ ਅੱਗੇ ਵਧਾਉਣ ਵਾਸਤੇ ਅਸੀਂ ਜਿਹੜਾ ਯੋਗਦਾਨ ਦੇ ਰਹੇ ਹਾਂ, ਉਹ ਯੋਗਦਾਨ ਤੁਸੀਂ ਸਹੀ ਮਾਇਨਿਆਂ ਵਿੱਚ ਉਹ ਯੋਗਦਾਨ ਆਤਮਸਾਤ ਕੀਤਾ ਹੈ। ਇਸ ਤਰ੍ਹਾਂ ਨਾਲ ਗੱਲ ਕਰਦੇ ਨੇ। ਸਾਡੀ ਭੈਣ ਉੱਥੇ ਬੈਠੀ ਹੈ, ਸ਼ਾਇਦ ਹਿਮਾਚਲ ਤੋਂ ਹੈ। ਉਹਨਾਂ ਨੂੰ ਤਾਂ 10 ਮਿੰਟ ਕੰਮ ਪੈ ਰਹੇ ਸੀ ਸਪੀਚ ਦੇਣ ਵਿੱਚ। ਹੁਣੇ ਮੈਂ ਸੋਚ ਰਿਹਾ ਸੀ ਅਤੇ ਮੈਂ ਮਨ ਵਿੱਚ ਹੀ ਕਹਿ ਰਿਹਾ ਸੀ ਕਿ ਇਹ ਪਿਛਲੇ ਜਨਮ ਵਿੱਚ ਪ੍ਰੋਫੈਸਰ ਸੀਗੇ ਜਿਹੜੇ 45 ਮਿੰਟ ਚਾਹੀਦੇ ਨੇ। ਹਾਂ ਅੱਛਾ, ਚਲੋ ਜੀ, ਤਾਲੀ ਵਜਾਓ ਇਹਨਾਂ ਲਈ। ਮੈਂ ਇਹ ਗੱਲ ਕਿਉਂ ਛੇੜੀ? ਉਹਨਾਂ ਨੂੰ 10 ਮਿੰਟ ਘੱਟ ਪੈ ਰਹੇ ਨੇ। ਉਹਨਾਂ ਦੀ ਗੱਲ ਠੀਕ ਹੈ, ਉਹਨਾਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ, ਲੇਕਿਨ ਇੱਕ ਦਿਨ ਇਹੋ ਜਿਹਾ ਆਏਗਾ, ਉਹਨਾਂ ਦਾ ਕੰਮ ਇਹੋ ਜਿਹਾ ਹੋਏਗਾ ਕਿ ਅਸੀਂ ਲੋਕ 1 ਘੰਟੇ ਦਾ ਉਹਨਾਂ ਦਾ ਲੈਕਚਰ ਰੱਖਾਂਗੇ। ਇਸ ਤਰ੍ਹਾਂ ਦਾ ਉਹ ਕੰਮ ਕਰੇਗੀ। ਇਹ ਪ੍ਰੇਰਣਾਦਾਇਕ ਕੰਮ ਹੋਏਗਾ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਲੇਕਿਨ ਵੇਖੋ, ਇਸ ਤਰ੍ਹਾਂ ਹੈ, ਤੁਸੀਂ ਵੇਖਿਆ ਹੋਣਾ ਕਿ 11 ਤਰੀਕ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਸਿਖਾਇਆ ਗਿਆ, ਪੜ੍ਹਾਇਆ ਗਿਆ, ਤਾਂ ਤੁਸੀਂ ਇਸ ਤਰ੍ਹਾਂ ਕਹੋਗੇ ਕਿ ਕਿਸ ਤਰ੍ਹਾਂ ਅਚੀਵ ਕਰਾਂਗੇ, ਇਹ ਤਾਂ ਬਹੁਤ ਮੁਸ਼ਕਿਲ ਹੈ। ਅਤੇ ਮੁਸ਼ਕਿਲ ਕੰਮ ਜਿਹੜਾ ਕਰਦਾ ਹੈ, ਉਹੀ ਤਾਂ ਉਸੇ ਨੂੰ ਹੀ ਸਹੀ ਮਾਇਨਿਆਂ ਵਿੱਚ ਲੀਡਰ ਬੋਲਿਆ ਜਾਂਦਾ ਹੈ।
ਤੇ ਸਾਡੇ ਪ੍ਰਧਾਨ ਮੰਤਰੀ ਜਦ 2014 ਵਿੱਚ ਆਏ ਤੇ ਸਭ ਤੋਂ ਪਹਿਲਾਂ ਕੀ ਕੀਤਾ ਉਹਨਾਂ ਨੇ, ਹਰ ਪਿੰਡ ਵਿੱਚ ਲਾਈਟ ਦਿੱਤੀ, ਹਰ ਪਿੰਡ ਹਰ ਘਰ ਵਿੱਚ ਸ਼ੌਚਾਲय। ਲੋਕੀ ਇਸ ਨੂੰ ਕਹਿੰਦੇ ਸੀ ਕਿ ਬੜੇ ਛੋਟੇ ਛੋਟੇ ਕੰਮ ਕਰ ਰਹੇ ਨੇ ਪ੍ਰਧਾਨ ਮੰਤਰੀ, ਹਮਾਰੇ। ਲੇਕਿਨ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਸੀਗੀ ਕਿ ਜਿਹੜਾ ਪਿੰਡ ਦਾ ਸਾਡਾ ਗਰੀਬ ਆਦਮੀ ਹੈ, ਉਸ ਦੇ ਲਈ ਅੱਜ ਤੱਕ ਜਿਹੜਾ ਆਜ਼ਾਦੀ ਦੇ 70 ਸਾਲਾਂ ਵਿੱਚ ਅਸੀਂ ਲੋਕੀ ਨਹੀਂ ਦੇ ਪਾਏ, ਉਹ ਸਭ ਤੋਂ ਪਹਿਲਾਂ ਸਾਨੂੰ ਦੇਣ ਦਾ ਕੰਮ ਕਰਨਾ ਹੈ। ਇਸ ਲਈ ਮੁਸ਼ਕਿਲ ਲੱਗਦਾ ਹੋਏਗਾ, ਲੇਕਿਨ ਤੁਸੀਂ ਕੋਸ਼ਿਸ਼ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਅਚੀਵ ਨਹੀਂ ਕਰ ਪਾਓਗੇ। ਮੈਂ ਤੁਹਾਨੂੰ ਇੱਕ ਕਿੱਸਾ ਦੱਸਣਾ ਵਾ। ਇੱਕ ਪਹਾੜ 'ਤੇ ਚੜ੍ਹਨ ਦਾ ਕੀ ਬੋਲਦੇ ਨੇ ਉਸ ਨੂੰ, ਪਹਾੜ ਚੜ੍ਹਨ ਦੀ ਇੱਕ ਸਪਰਧਾ ਲੱਗੀ ਸੀ। ਸਾਡੇ ਮਹਾਰਾਸ਼ਟਰ ਵਿੱਚ ਇਸ ਨੂੰ ਸਪਰਧਾ ਬੋਲਦੇ ਨੇ, ਹਿੰਦੀ ਵਿੱਚ ਕੀ ਬੋਲਦੇ ਨੇ, ਸਪਰਧਾ ਹੀ ਬੋਲਦੇ ਨੇ। ਤਾਂ ਕਈ ਲੋਕੀ ਉਸ ਦੇ ਵਿੱਚ ਸ਼ਾਮਿਲ ਹੋਏ ਸੀ, ਲੇਕਿਨ ਉਹ ਜਿਹੜਾ ਪਹਾੜ ਸੀਗਾ ਉਹ ਇੱਕਦਮ ਸਿੱਧਾ ਸੀ, ਬੜਾ ਮੁਸ਼ਕਿਲ ਸੀਗਾ ਚੜ੍ਹਨ ਵਿੱਚ। ਜਿਹੜੇ ਵੇਖਣ ਗਏ ਸੀ ਉਹ ਲੋਕ, ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਉਸ ਵਿੱਚ ਲੋਕੀ ਕੁਝ ਨਾ ਕੁਝ ਕਮੀਆਂ ਕੱਢਦੇ ਨੇ ਵੇਖਣ ਵਾਲੇ, ਇਸ ਤਰ੍ਹਾਂ ਦੇ ਦੇਖਣ ਵਾਲੇ ਲੋਕ ਸੀ। ਉਹ ਤਾਂ ਇੰਨਾ ਉੱਚਾ ਪਹਾੜ ਹੈ, ਸਿੱਧਾ ਸਿੱਧਾ ਪਹਾੜ ਹੈ, ਕਿਸ ਤਰ੍ਹਾਂ ਚੜ੍ਹਾਂਗੇ। ਉਹਨਾਂ ਵਿੱਚੋਂ ਜਿਹੜੇ ਉਹ ਸਪਰਧਾ ਵਿੱਚ ਸੀਗੇ, ਅੱਧੇ ਆਪਣੇ ਆਪ ਕੱਟ ਗਏ ਇਹਨਾਂ ਦੇ ਕਹਿਣ ਨਾਲ ਕਿ ਕੌਣ ਜਾਏਗਾ ਮਗਜ਼ਮਾਰੀ ਕਰਨ ਵਾਸਤੇ, ਜਾਣ ਦਿਓ, ਛੱਡ ਦਿਓ। ਕੁਝ ਲੋਕੀ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ, ਫਿਸਲ ਰਹੇ ਸੀ, ਲੇਕਿਨ ਫਿਰ ਵੀ ਚੜ੍ਹ ਰਹੇ ਸੀ। ਲੇਕਿਨ ਇਹ ਚਿल्ला ਰਹੇ ਸੀ ਕਿ ਨਹੀਂ ਚੜ੍ਹ ਪਾਓਗੇ, ਨਹੀਂ ਚੜ੍ਹ ਪਾਓਗੇ। ਇਹ ਡੀਮੋਰਲਾਈਜ਼ ਕਰ ਰਹੇ ਸਨ, ਨੈਗੇਟਿਵ ਬੋਲ ਰਹੇ ਸਨ। ਲੇਕਿਨ ਇਹਨਾਂ ਵਿੱਚੋਂ ਇੱਕ ਆਦਮੀ ਸੀਗਾ, ਉਹ ਬਰਾਬਰ ਕੋਸ਼ਿਸ਼ ਕਰ ਰਿਹਾ ਸੀ। ਇੰਨੇ ਲੋਕੀ ਚਿल्ला ਰਹੇ ਸੀ ਕਿ ਭਰਾਵਾ ਨਾ ਚੜੋ, ਨਹੀਂ ਚੜ੍ਹ ਪਾਓਗੇ, ਗਿਰ ਜਾਓਗੇ, ਲੱਗ ਜਾਏਗੀ। ਲੇਕਿਨ ਉਸਨੇ ਕਿਸੇ ਦਾ ਕੁਝ ਵੀ ਨਹੀਂ ਸੁਣਿਆ। ਉਹ ਆਪਣਾ ਕੋਸ਼ਿਸ਼ ਕਰ ਰਿਹਾ ਸੀ ਪਹਾੜ 'ਤੇ ਚੜ੍ਹਨ ਦੀ, ਤੇ ਚੜ੍ਹ ਗਿਆ। ਬਾਅਦ ਵਿੱਚ ਜਦ ਉਤਰ ਕੇ ਆਇਆ, ਉਸ ਨੂੰ ਜਦੋਂ ਪ੍ਰਾਈਜ਼ ਦਿੱਤਾ ਤਾਂ ਸਾਰੇ ਲੋਕੀ ਪੁੱਛਣ ਲੱਗੇ, ਭਰਾਵਾ ਸਭ ਨੂੰ, ਕਿਸੇ ਨੂੰ ਨਹੀਂ ਜੰਮਿਆ, ਤੁਸੀਂ ਕਿਸ ਤਰ੍ਹਾਂ ਚੜ੍ਹ ਗਏ। ਇਸ ਤਰ੍ਹਾਂ ਅਸੀਂ ਸਾਰੇ ਚਿल्ला ਰਹੇ ਸੀ ਕਿ ਨਾ ਚੜੋ, ਨਾ ਚੜੋ। ਉਸ ਦਾ ਦੋਸਤ ਸੀਗਾ ਭਾਗਲ ਮਿਸਰੇ, ਨੇ ਕਿਹਾ ਕਿ ਉਸ ਨੂੰ ਕੀ ਪੁੱਛਦੇ ਹੋ, ਮੈਨੂੰ ਪੁੱਛੋ, ਉਸ ਨੂੰ ਸੁਣਨਾ ਹੀ ਨਹੀਂ ਆਉਂਦਾ ਹੈ। ਜੇਕਰ ਉਹ ਸੁਣਦਾ ਤਾਂ ਵੀ ਨਹੀਂ ਚੜ੍ਹਦਾ। ਮੈਨੂੰ ਤੁਹਾਨੂੰ ਇਹੀ ਆਖਣਾ ਹੈ ਕਿ ਕਿਸੇ ਦੀ ਬਿਲਕੁਲ ਨਾ ਸੁਣੋ, ਤੁਸੀਂ ਜ਼ਰੂਰ ਚੜ੍ਹ ਪਾਓਗੇ। 9 ਗੋਲ ਨੇ ਤੇ 9 ਗੋਲ ਨੂੰ ਤੁਸੀਂ ਅਚੀਵ ਕਰ ਸਕੋਗੇ। ਲੇਕਿਨ ਜਿਹੜੇ ਬੋਲਦੇ ਨੇ ਉਹਨਾਂ ਨੂੰ ਵੀ ਪੋਜ਼ਿਟਿਵ ਲੈਣਾ ਹੈ। ਕਿਸ ਤਰ੍ਹਾਂ ਪੋਜ਼ਿਟਿਵ ਲੈਣਾ ਹੈ ਉਹਨਾਂ ਨੂੰ? ਜੇਕਰ ਸਾਡੇ ਕੰਮ ਵਿੱਚ ਕੋਈ ਕਮੀਆਂ ਕੱਢਦਾ ਹੈ ਤਾਂ ਇਹ ਸਮਝ ਲਓ ਕਿ ਕੋਈ ਤਾਂ ਹੈ ਜਿਹੜਾ ਤੁਹਾਨੂੰ ਕਰੈਕਟ ਕਰਨ ਵਾਸਤੇ ਉਸ ਦਾ ਯੋਗਦਾਨ ਤੇ ਤੁਹਾਨੂੰ ਟਾਈਮ ਦੇ ਰਿਹਾ ਹੈ। ਤਾਂ ਉਸ ਨੂੰ ਤਾਂ ਧੰਨਵਾਦ ਦੇਣਾ ਚਾਹੀਦਾ ਹੈ ਕਿ ਸਾਨੂੰ ਉਹ ਕਰੈਕਟ ਕਰ ਰਿਹਾ ਹੈ। ਇਸ ਤਰ੍ਹਾਂ ਹਰੇਕ ਚੀਜ਼ ਨੂੰ ਅਸੀਂ ਜੇਕਰ ਪੋਜ਼ਿਟਿਵ ਲਵਾਂਗੇ ਤਾਂ ਮੈਨੂੰ ਵਿਸ਼ਵਾਸ ਹੈ ਇਹ ਜਿਹੜਾ ਸਸਟੇਨੇਬਲ ਗੋਲ ਹੈ ਜਿਹੜਾ ਅਸੀਂ ਤੁਹਾਡੇ ਉੱਤੇ ਛੱਡਿਆ ਹੈ, ਤੁਸੀਂ 1 ਕਰੋ, 2 ਕਰੋ, 3 ਕਰੋ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਫਿਰ ਅਸੀਂ ਕੋਈ ਕਾਨਫਰੰਸ ਲਵਾਂਗੇ ਤੇ ਇੱਥੇ ਇਹੀ ਸਰਪੰਚ ਆ ਕੇ ਬੋਲਣਗੇ ਕਿ ਸ਼੍ਰੀਮਾਨ ਜੀ ਸਾਡੇ ਪਿੰਡ ਵਿੱਚ 9 ਦੇ 9 ਗੋਲ ਅਸੀਂ ਲੋਕਾਂ ਨੇ ਅਚੀਵ ਕਰ ਲਏ ਨੇ। ਇਸ ਦੇ ਲਈ ਮੈਂ ਕੱਲ ਵੀ ਆਖਿਆ ਸੀ ਕਿ ਇਸ ਦੇ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਏਗੀ। ਉਹ ਅਸੀਂ ਬਦਲਦੇ ਨਹੀਂ, ਇਸ ਕਰਕੇ ਪ੍ਰੋਬਲਮ ਹੁੰਦੀ ਹੈ। ਮੈਂ ਜਦ 2005 ਵਿੱਚ ਜ਼ਿਲ੍ਹਾ ਪੰਚਾਇਤ ਉਪਾਧਿਆਕਸ਼ ਸੀਗਾ ਨਗੇਂਦਰ ਜੀ, ਉਸ ਵੇਲੇ ਸਾਡੇ ਰਾਜ ਦੇ ਮੁੱਖ ਮੰਤਰੀ, ਕਦੇ ਗ੍ਰਾਮੀਣ ਵਿਕਾਸ ਮੰਤਰੀ ਰਹੇ ਨੇ ਇੱਥੇ ਦੇ, ਵਿਲਾਸ ਰਾਵ ਦੇਸ਼ਮੁਖ ਜੀ ਸੀਗੇ। ਉਹਨਾਂ ਨੇ ਨਾਅਰਾ ਦਿੱਤਾ ਕਿ ਮੁੰਬਈ ਨੂੰ ਅਸੀਂ ਸ਼ੰਘਾਈ ਬਣਾਵਾਂਗੇ। ਮੇਰੀ ਉਚਾਈ ਉਸ ਵੇਲੇ ਇੰਨੀ ਨਹੀਂ ਸੀਗੀ, ਉਹ ਤਾਂ ਚੀਫ ਮਿਨਿਸਟਰ ਸੀ, ਮੈਂ ਤਾਂ ਜ਼ਿਲ੍ਹਾ ਪੰਚਾਇਤ ਦਾ ਉਪਾਧਿਆਕਸ਼ ਸੀਗਾ। ਲੇਕਿਨ ਮੈਂ ਤਾਂ ਆਪਣਾ ਹੀ ਓਪੀਨੀਅਨ ਦਿੰਦਾ ਸੀ ਕਿ ਅਸੀਂ ਮੁੰਬਈ ਨੂੰ ਕਦੇ ਵੀ ਸ਼ੰਘਾਈ ਨਹੀਂ ਬਣਾ ਸਕਦੇ। ਉਸ ਦਾ ਮੈਂ ਰੀਜ਼ਨ ਦੱਸਣਾ ਵਾ। ਚਾਈਨਾ ਨੇ ਸ਼ੰਘਾਈ ਕਿਉਂ ਬਣਾਇਆ? ਕਿ ਚਾਈਨਾ ਦੇ ਹਰੇਕ ਬੰਦੇ ਨੂੰ ਇਸ ਤਰ੍ਹਾਂ ਲੱਗਦਾ ਹੈ, ਚਾਈਨਾ ਵਿੱਚ ਰਹਿਣ ਵਾਲੇ, ਕਿ ਸਾਨੂੰ ਜਲਦ ਤੋਂ ਜਲਦ ਅਮਰੀਕਾ ਤੋਂ ਅੱਗੇ ਜਾਣਾ ਹੈ। ਲੱਗਦਾ ਇਹੋ ਜਿਹਾ ਨਹੀਂ ਹੈ। ਲੇਕਿਨ ਮੈਂ ਮੁੰਬਈ ਬਾਰੇ ਇਹ ਆਖਿਆ ਸੀ ਕਿ ਮੁੰਬਈ ਦਾ ਸ਼ੰਘਾਈ ਅਸੀਂ ਕਿਉਂ ਨਹੀਂ ਬਣਾ ਪਾਵਾਂਗੇ, ਕਿਉਂਕਿ ਭਾਰਤ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਜਲਦ ਤੋਂ ਜਲਦ ਅਮਰੀਕਾ ਵਿੱਚ ਜਾਣਾ ਹੈ। ਸਾਡੀ ਤੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਅੰਤਰ ਸੀਗਾ। ਇਹ ਅੰਤਰ
2014 ਤੋਂ ਲੈ ਕੇ ਅੱਜ ਤੱਕ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਨੇ ਉਸ ਵੇਲੇ ਤੋਂ ਇਹ ਅੰਤਰ ਹਟ ਗਿਆ ਹੈ। ਤੁਸੀਂ ਵੇਖਿਆ ਹੋਵੇਗਾ ਸਾਡੇ ਪ੍ਰਧਾਨ ਮੰਤਰੀ ਜਦ ਵਿਦੇਸ਼ ਵਿੱਚ ਜਾਂਦੇ ਨੇ ਤੇ ਕਈ ਲੋਕੀ ਉੱਥੇ ਬਾਈਟ ਦਿੰਦੇ ਨੇ ਕਿ ਸਾਨੂੰ ਹੁਣੇ-ਹੁਣੇ ਉਮੀਦ ਜੱਗੀ ਹੈ। ਸਾਡੇ ਅੰਦਰ ਜਿਹੜੀ क्षमता ਹੈ ਉਹ क्षमता ਸਾਡੇ ਦੇਸ਼ ਲਈ ਉੱਥੇ ਆ ਕੇ ਅਸੀਂ ਲੋਕ ਉਸ ਦਾ ਉਪਯੋਗ ਕਰੀਏ ਤੇ ਸਾਡੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦਾ ਯਤਨ ਕਰੀਏ। ਇਹ ਸਾਡੇ ਪ੍ਰਧਾਨ ਮੰਤਰੀ ਨੇ ਜਿਹੜਾ ਬਦਲਾਵ ਲਿਆ 8 ਸਾਲਾਂ ਵਿੱਚ ਉਸ ਦੀ ਵਜ੍ਹਾ ਕਰਕੇ ਭਾਰਤ ਦਾ ਸਨਮਾਨ ਜਿਹੜਾ ਵਿਸ਼ਵ ਵਿੱਚ ਵਧਿਆ ਹੈ ਉਹ ਯਕੀਨੀ ਤੌਰ ਤੇ ਇਸ ਸਨਮਾਨ ਦੇ ਅੱਗੇ ਕੋਈ ਟਿਕੇਗਾ ਮੈਨੂੰ ਲੱਗਦਾ ਨਹੀਂ। ਇਹ ਜਿਹੜਾ ਹਫਤਾ ਸਾਡਾ ਇੱਥੇ ਜਿਹੜਾ ਹੋਇਆ ਹੈ ਸੁਨੀਲ ਜੀ, ਇਹ ਹਫਤੇ ਦਾ ਕੀ ਵਰਣਨ ਕਰਾਂ, ਮੇਰੇ ਕੋਲ ਤਾਂ ਸ਼ਬਦ ਹੈ ਨਹੀਂ। ਲੇਕਿਨ ਲੋਕੀ ਜਦ ਦੱਸਦੇ ਨੇ ਤਾਂ ਮੈਨੂੰ ਵੀ ਲੱਗਦਾ ਹੈ ਤੇ ਤੁਹਾਨੂੰ ਵੀ ਚੰਗਾ ਲੱਗਦਾ ਹੋਵੇਗਾ ਕਿ ਅੱਜ ਤੱਕ ਇਸ ਤਰ੍ਹਾਂ ਕਦੇ ਹੋਇਆ ਨਹੀਂ। ਇਸ ਤਰ੍ਹਾਂ ਦਾ ਲੋਕੀ ਦੱਸਦੇ ਨੇ ਤਾਂ ਆਈਕੋਨਿਕ ਵੀਕ ਦਾ ਜਿਹੜਾ ਹਫਤਾ ਹੈ ਇਹ ਹਫਤਾ ਨਹੀਂ ਬਲਕਿ ਤੁਹਾਡੀ ਜ਼ਿੰਦਗੀ ਦਾ ਇੱਕ ਅਨੁਭਵ ਹੈ। ਇਸ ਨੂੰ ਨਾ ਪੜ੍ਹਿਆ ਜਾ ਸਕਦਾ ਹੈ ਨਾ ਲਿਖਿਆ ਜਾ ਸਕਦਾ ਹੈ, ਬਸ ਖਾਲੀ ਇਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਅਨੁਭਵ ਨੂੰ ਵੰਡਿਆ ਜਾ ਸਕਦਾ ਹੈ। ਇਹ ਇਸ ਹਫਤੇ ਦਾ ਸਹੀ ਮਾਇਨਿਆਂ ਵਿੱਚ ਯੋਗਦਾਨ ਹੈ ਅਤੇ ਜਦੋਂ ਤੁਸੀਂ ਇਹ ਕਰੋਗੇ ਤਾਂ ਮੈਨੂੰ ਯਕੀਨੀ ਤੌਰ ਤੇ ਵਿਸ਼ਵਾਸ ਹੈ ਜਿਹੜੀ 70% ਆਬਾਦੀ ਪਿੰਡ ਵਿੱਚ ਹੈ, ਜਿਸ ਤਰ੍ਹਾਂ ਸਾਡਾ ਕੱਲ੍ਹ ਵਾਲਾ ਸਰਪੰਚ ਇੱਥੇ ਹੈ ਕਿ ਨਹੀਂ ਮੈਨੂੰ ਪਤਾ ਨਹੀਂ, ਉਹਨਾਂ ਨੇ ਆਖਿਆ ਕਿ ਮੈਂ ਦਿੱਲੀ ਵਿੱਚ ਕੰਮ ਕਰਦਾ ਸੀ ਲੇਕਿਨ ਮੈਂ ਪਿੰਡ ਗਿਆ ਤੇ ਪ੍ਰਧਾਨ ਬਣਿਆ ਦਿੱਲੀ ਦਾ। ਇੱਥੇ ਉਹਨਾਂ ਨੇ ਆਖਿਆ ਕਿ ਮੈਂ ਕਈ ਵਾਰੀ ਇੱਥੇ ਵੀ ਆਇਆ ਵਿਗਿਆਨ ਭਵਨ ਵਿੱਚ, ਲੇਕਿਨ ਮੈਂ ਪਿੰਡ ਵਿੱਚ ਜਾ ਕੇ ਪ੍ਰਧਾਨ ਬਣ ਕੇ ਕੰਮ ਕਰਦਾ ਵਾਂ। ਮੈਂ ਦਾਅਵੇ ਨਾਲ ਕਹਿਣਾ ਵਾਂ ਕਿ ਤੁਸੀਂ ਜਦੋਂ ਇਹ 9 ਗੋਲ ਅਚੀਵ ਕਰੋਗੇ ਤੇ ਇਹ ਸ਼ਹਿਰ ਵਿੱਚ ਰਹਿਣ ਵਾਲੇ ਲੋਕੀ, ਮੈਂ ਤਾਂ ਪਹਿਲੇ ਵੀ ਦੱਸਿਆ ਸੀ ਮੈਂ ਪਿੰਡ ਵਿੱਚ ਰਹਿੰਦਾ ਵਾਂ, ਕਿਸਾਨ ਦਾ ਮੁੰਡਾ ਹਾਂ। ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਤਾਂ ਸਾਰੇ IITs ਹੋ, ਮੈਂ ਤਾਂ ਕਿਸਾਨ ਹਾਂ, ਤਾਂ ਤੁਹਾਡੇ ਲੋਕਾਂ ਦੇ ਵਿਚਕਾਰ ਖੇਤੀ ਕਰਨ ਵਾਲਾ ਆਦਮੀ ਕੀ ਕਰੇਗਾ। ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਸਾਰੇ ਲੋਕੀ ਜਿਹੜੇ ਪਿੰਡ ਤੋਂ ਆ ਕੇ ਸ਼ਹਿਰ ਵਿੱਚ ਬਸੇ ਨੇ ਫਿਰ ਪਿੰਡ ਵੱਲ ਆਉਣਗੇ। ਇਹ ਕਿਉਂ? ਕਿਉਂਕਿ ਸਾਡੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਮਹਾਤਮਾ ਗਾਂਧੀ ਜੀ ਦੇ ਸੁਪਨਿਆਂ ਦਾ ਪਿੰਡ ਬਣਾਉਣਾ ਹੈ ਤੇ ਅਸੀਂ ਸਾਰੇ ਜਿਹੜੇ ਲੋਕੀ ਬੈਠੇ ਨੇ ਸਾਡੀ ਸੋਚ ਇਹ ਹੈ ਕਿ ਅਸੀਂ ਪ੍ਰਧਾਨ ਮੰਤਰੀ ਦੇ ਸੁਪਨਿਆਂ ਦਾ ਪਿੰਡ ਬਣਾਈਏ ਤੇ ਤੁਹਾਨੂੰ ਹੈ ਕਿ ਤੁਸੀਂ ਸਾਡੇ ਨਾਲ ਮਿਲ ਕੇ ਇਹਨਾਂ ਦੋਹਾਂ ਦੇ ਸੁਪਨਿਆਂ ਦਾ ਪਿੰਡ ਬਣਾਉਣ ਵਿੱਚ ਯੋਗਦਾਨ ਦੇਣਾ। ਇਸ ਲਈ ਮੈਂ ਹਮੇਸ਼ਾ ਇਹ ਵੀ ਕਹਿੰਦਾ ਵਾਂ ਜੇਕਰ ਰਸਤਾ ਚੰਗਾ ਹੈ ਤਾਂ ਜ਼ਰੂਰ ਪੁੱਛੋ ਇਹ ਰਸਤਾ ਕਿੱਥੇ ਜਾ ਰਿਹਾ ਹੈ। ਜੇ ਸਾਡਾ ਧਿਏ ਚੰਗਾ ਹੈ ਤੇ ਉਦੇਸ਼ ਚੰਗਾ ਹੈ ਤਾਂ ਰਸਤਾ ਕਿੱਥੇ ਜਾ ਰਿਹਾ ਇਹ ਪੁੱਛਣ ਦੀ ਲੋੜ ਨਹੀਂ, ਬਸ ਉਸ ਤੇ ਚੱਲਦੇ ਰਹੋ ਤੇ ਸਫਲਤਾ ਤੁਹਾਨੂੰ ਆਪਣੇ ਆਪ ਮਿਲ ਜਾਏਗੀ। ਇਸ ਲਈ ਮੈਂ ਇੱਥੋਂ ਜਾਣ ਵੇਲੇ ਤੁਸੀਂ ਲੋਕੀ ਜਿਹੜਾ ਕੁਝ ਲੈ ਕੇ ਜਾ ਰਹੇ ਹੋ ਉਹ ਆਪਣੇ ਕੋਲ ਨਹੀਂ ਰੱਖਣਾ, ਉਸ ਨੂੰ ਵੰਡਣ ਦਾ ਕੰਮ ਕਰੋ। ਆਪਣੇ ਪਿੰਡ ਨੂੰ ਇਸ ਤਰੀਕੇ ਦਾ ਬਣਾਓ, ਤੁਸੀਂ ਜਿਸ ਰਾਜ ਤੋਂ ਆਏ ਹੋ ਉਸ ਰਾਜ ਦੇ ਸਾਰੇ ਸਰਪੰਚ ਤੁਹਾਡਾ ਪਿੰਡ ਵੇਖਣ ਆਉਣ। ਇਸ ਤਰੀਕੇ ਨਾਲ ਤੁਹਾਨੂੰ ਆਪਣੇ ਪਿੰਡ ਨੂੰ ਬਣਾਉਣਾ ਹੈ। ਮੈਂ ਕੱਲ੍ਹ ਤੋਂ ਵੇਖ ਰਿਹਾ ਇੱਕ ਪਿੰਡ ਦੇ ਵਿੱਚ ਜਿਹੜਾ ਕਿ ਇੱਕ ਪਿੰਡ ਨੇ ਕੰਮ ਕੀਤਾ ਹੈ, ਇਹ ਕੁਦਰਤ ਦੀ ਦੇਣ ਹੈ। ਲੇਕਿਨ ਮੈਂ ਜਿੱਥੋਂ ਆਉਂਦਾ ਵਾਂ ਉੱਥੇ ਪੈਸਾ ਤਾਂ ਬਹੁਤ ਹੈ ਗ੍ਰਾਮ ਪੰਚਾਇਤਾਂ ਦੇ ਕੋਲ, ਲੇਕਿਨ ਕੁਦਰਤ ਦੀ ਕੋਈ ਦੇਣ ਨਹੀਂ ਹੈ। ਸਾਰਾ ਸੀਮੈਂਟ ਦਾ ਜੰਗਲ ਵਸਿਆ ਹੋਇਆ ਉੱਥੇ। ਸੀਮੈਂਟ ਦੇ ਜੰਗਲ ਵਿੱਚ ਇਹ ਤਾਂ ਮੈਂ ਵੇਖ ਰਿਹਾ ਇਹ ਤਾਂ ਅਸੀਂ ਕਰ ਨਹੀਂ ਪਾਵਾਂਗੇ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਹੈ। ਸਾਰੀ ਜਗ੍ਹਾ ਸਾਡੀ ਡਿਵੈਲਪਮੈਂਟ ਵਿੱਚ ਲੱਗੀ ਹੋਈ ਹੈ ਅਤੇ ਤੁਹਾਡੇ ਕੋਲ ਇਹ ਮੌਕਾ ਹੈ, ਇਸ ਨੂੰ ਤੁਹਾਨੂੰ ਗਵਾਉਣਾ ਨਹੀਂ ਚਾਹੀਦਾ ਹੈ। ਅਤੇ ਸਾਡੇ ਮੰਤਰਾਲਾ ਦੇ ਮਾਧਿਅਮ ਨਾਲ, ਗ੍ਰਾਮੀਣ ਵਿਕਾਸ ਮੰਤਰਾਲਾ ਦੇ ਮਾਧਿਅਮ ਨਾਲ ਅਤੇ ਜਲ ਸ਼ਕਤੀ ਮੰਤਰਾਲਾ ਹੋਵੇ, ਮਹਿਲਾ ਬਾਲ ਕਲਿਆਣ ਮੰਤਰਾਲਾ ਹੋਵੇ, ਐਸੇ 18 ਮੰਤਰਾਲੇ ਹਨ ਪਿੰਡ ਵਿੱਚ ਕੰਮ ਕਰਨ ਵਾਸਤੇ ਆਪਣਾ ਆਪਣਾ ਯੋਗਦਾਨ ਦੇ ਰਹੇ ਨੇ। ਹਰੇਕ ਮੰਤਰਾਲਾ ਦੀ ਯੋਜਨਾ ਆਪਣੇ ਪਿੰਡ ਤੋਂ ਸੰਬੰਧਿਤ ਹੈ। ਉਸ ਨੂੰ ਆਪਣੇ ਪਿੰਡ ਵਿੱਚ ਪਹੁੰਚਾਉਣ ਲਈ ਤੁਸੀਂ ਜੇਕਰ ਯੋਗਦਾਨ ਦਿਓਗੇ ਤਾਂ ਸਹੀ ਮਾਇਨਿਆਂ ਵਿੱਚ, ਜਿਸ ਤਰ੍ਹਾਂ ਮੇਰੇ ਸਾਰੇ ਪਹਿਲੇ ਵਕਤਾਵਾਂ ਨੇ ਕਿਹਾ, ਪਿੰਡ ਨੂੰ ਗਰੀਬੀ ਮੁਕਤ ਪਿੰਡ ਬਣਾਉਣਾ ਹੈ, ਆਤਮ ਨਿਰਭਰ ਬੁਨਿਆਦੀ ਢਾਂਚਾ ਬਣਾਉਣਾ ਹੈ, ਤਾਂ ਉਸ ਦੇ ਲਈ ਵੀ ਥੋੜ੍ਹਾ ਪਲਾਨਿੰਗ ਕਰਕੇ ਤੁਸੀਂ ਲੋਕੀ ਕਰੋਗੇ ਤਾਂ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਜਿਸ ਤਰ੍ਹਾਂ ਮੈਂ ਵੀ ਖੁਦ ਕੋਸ਼ਿਸ਼ ਕਰ ਰਿਹਾ ਨਗੇਂਦਰ ਜੀ ਕਿ ਮੇਰੇ ਇੱਥੇ
ਕੂਲ ਸਟੋਰੇਜ ਹੈ। ਹੁਣ ਕੂਲ ਸਟੋਰੇਜ ਵਿੱਚ ਜਿਹੜਾ ਬਨਾਨਾ ਆਉਂਦਾ ਹੈ ਉਹ ਜਲਗਾਂਵ ਤੋਂ ਆਉਂਦਾ ਹੈ। ਮੇਰੇ ਇੱਥੋਂ ਜਲਗਾਂਵ 350 ਕਿਲੋਮੀਟਰ ਲੰਮਾ ਹੈ। ਮੈਂ ਵੀ ਇਹ ਕੋਸ਼ਿਸ਼ ਕਰ ਰਿਹਾ, ਮੈਂ ਵੀ ਕੂਲ ਸਟੋਰੇਜ ਬਣਾ ਰਿਹਾ ਅਤੇ ਮੇਰੇ ਇੱਥੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੈਂ ਮੋਟੀਵੇਟ ਕਰ ਰਿਹਾ ਬਨਾਨਾ ਉਗਾਉਣ ਵਾਸਤੇ। ਜੇਕਰ ਉਹ ਬਨਾਨਾ ਮੇਰੇ ਇੱਥੇ ਹੀ ਲਗਾਉਣਗੇ ਤਾਂ ਜਲਗਾਮ ਤੋਂ ਬਨਾਨਾ ਲਿਆਉਣ ਦਾ, ਇੱਥੇ ਕੂਲ ਸਟੋਰੇਜ ਵਿੱਚ ਰੱਖਣ ਦਾ, ਫਿਰ ਉਸ ਨੂੰ ਈਰਾਨ ਵਿੱਚ ਐਕਸਪੋਰਟ ਕਰਨ ਦਾ, ਇਹ ਸਾਰਾ ਜਿਹੜਾ ਲੌਜਿਸਟਿਕ ਹੁੰਦਾ ਹੈ ਉਹ ਘੱਟ ਹੋ ਜਾਏਗਾ ਅਤੇ ਕਿਸਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਅਸੀਂ ਦੂਸਰਾ ਪ੍ਰਯੋਗ ਵੀ ਹਾਲੇ ਕੀਤਾ ਹੈ, ਫਿਲਹਾਲ ਉਹ ਚਾਲੂ ਨਹੀਂ ਹੋਇਆ। 30,000 ਲੀਟਰ ਦਾ ਇੱਕ ਦੁੱਧ ਦਾ ਪਲਾਂਟ ਲਗਾਇਆ ਹੈ ਅਤੇ ਸਾਡੇ ਮਹਿਲਾ ਬੱਚੇ ਬਚਤ ਗੜ੍ਹ ਦੀਆਂ ਮਹਿਲਾਵਾਂ ਨੇ, ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ। SRNM ਦੇ ਲੋਕਾਂ ਨੂੰ ਵੀ ਮੈਂ ਬੁਲਾਇਆ ਸੀ ਤਾਂ ਉਹਨਾਂ ਨੂੰ ਮੈਂ ਸੂਚਨਾਵਾਂ ਦਿੱਤੀਆਂ ਨੇ ਕਿ ਬਚਤ ਗੜ੍ਹ ਦੇ ਲੋਕਾਂ ਨੂੰ ਇਕੱਠਾ ਕਰਕੇ, ਇਸ ਤਰ੍ਹਾਂ ਦੇ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਅਸੀਂ ਮੋਟੀਵੇਟ ਕਰਾਂਗੇ। ਉਹਨਾਂ ਨੂੰ ਗਾਂ ਮੱਝ ਜਿਹੜਾ ਵੀ ਕੁਝ ਲੈਣਾ ਹੈ ਉਹਨਾਂ ਨੂੰ ਲੈ ਕੇ ਦਿਆਂਗੇ ਅਤੇ ਉਹਨਾਂ ਦਾ ਜਿਹੜਾ ਦੁੱਧ ਨਿਕਲੇਗਾ ਉਹੀ ਸਾਡੇ ਪਲਾਂਟ ਵਿੱਚ ਆਏਗਾ। ਇਹ ਮੇਰੀ ਸੋਚ ਨਹੀਂ ਹੈ ਕਿ ਸਾਨੂੰ ਜਦੋਂ ਸਾਡੇ ਪ੍ਰਧਾਨ ਮੰਤਰੀ ਹਰ ਸੈਸ਼ਨ ਦੇ ਵੇਲੇ ਬੁਲਾਉਂਦੇ ਨੇ, ਸਾਰੇ ਰਾਜਾਂ ਨੂੰ ਅਲੱਗ-ਅਲੱਗ ਬੁਲਾਉਂਦੇ ਨੇ ਚਾਹ ਪਾਣੀ ਵਾਸਤੇ, ਤਾਂ ਉਹਨਾਂ ਨੇ ਆਖਿਆ ਸੀ ਕਿ ਸਰਕਾਰ ਦੀ ਯੋਜਨਾ ਤਾਂ ਚੱਲਦੀ ਰਹਿੰਦੀ ਹੈ, ਉਹਨਾਂ ਦੇ ਜ਼ਰੀਏ ਲੋਕਾਂ ਦੇ ਕੋਲ ਵਿਕਾਸ ਦਾ ਧਨ ਜਾਂਦਾ ਹੈ ਅਤੇ ਉਹਨਾਂ ਦੇ ਵੀ ਵਿਕਾਸ ਹੁੰਦਾ ਹੈ। ਤੁਸੀਂ ਖੁਦ ਲੋਕਾਂ ਲਈ ਕਰ ਸਕਦੇ ਹੋ ਕਿ ਤੁਸੀਂ ਆਪਣੇ ਪਾਸੋਂ ਜਿਹੜਾ ਯੋਗਦਾਨ ਦੇ ਸਕਦੇ ਹੋ, ਤਾਂ ਇਸ ਤੋਂ ਵੱਡਾ ਮੇਰੇ ਲਈ ਕੋਈ ਆਨੰਦ ਦੀ ਗੱਲ ਨਹੀਂ ਹੋਏਗੀ। ਉਸ ਵੇਲੇ ਤੋਂ ਅਸੀਂ ਲੋਕਾਂ ਨੇ ਇਹ ਕੋਸ਼ਿਸ਼ ਚਾਲੂ ਕਰ ਦਿੱਤੀ ਹੈ। ਤਾਂ ਇਸ ਤਰੀਕੇ ਜੇਕਰ ਸਾਡੇ ਪਿੰਡ ਦੇ ਲਾਗੇ ਜਿਹੜਾ ਸ਼ਹਿਰ ਹੈ ਉਸ ਦੇ ਵਿੱਚ ਕੀ ਵਿਕਦਾ ਹੈ ਉਸ ਨੂੰ ਤੁਹਾਨੂੰ ਵੇਖਣਾ ਪਏਗਾ। ਜਿਸ ਤਰ੍ਹਾਂ ਮੇਰਾ ਡਿਸਟ੍ਰਿਕਟ ਹਾਲੇ ਬੰਬਈ ਨੂੰ ਲੱਗ ਕੇ, ਮੁੰਬਈ ਅਤੇ ਮੇਰੇ ਡਿਸਟ੍ਰਿਕਟ ਦੀ ਪਾਪੂਲੇਸ਼ਨ ਤਕਰੀਬਨ, ਸਾਡੇ ਮਹਾਰਾਸ਼ਟਰ ਦੀ ਪਾਪੂਲੇਸ਼ਨ 22% ਇਸ ਤਰ੍ਹਾਂ ਦੀ ਸਾਡੀ ਪਾਪੂਲੇਸ਼ਨ ਹੈ। ਲੇਕਿਨ ਦਿੱਕਤ ਸਾਡੇ ਨਾਲ ਇਹ ਹੈ, ਉੱਥੇ ਜਿਹੜਾ ਰੋਜ਼ਮਰਰਾ ਦਾ ਦੁੱਧ ਲੱਗਣ ਵਾਲਾ ਹੈ ਉਹ ਦੂਜੇ ਡਿਸਟ੍ਰਿਕਟ ਤੋਂ ਆਉਂਦਾ ਹੈ, ਸਾਂਗਲੀ ਤੋਂ ਆਉਂਦਾ ਹੈ, ਕੋਲਾਪੁਰ ਤੋਂ ਆਉਂਦਾ ਹੈ, ਪੂਨਾ ਤੋਂ ਆਉਂਦਾ ਹੈ, ਨਗਦ ਤੋਂ ਆਉਂਦਾ ਹੈ। ਸਵੇਰੇ ਲੱਗਣ ਵਾਲੀ ਸਬਜ਼ੀ ਉਹ ਵੀ ਬਾਹਰ ਤੋਂ ਆਉਂਦੀ ਹੈ। ਤਾਂ ਹੁਣ ਸਾਡੀ ਇਹ ਸੋਚ ਹੈ ਕਿ ਜਿਹੜਾ ਬਾਹਰ ਤੋਂ ਆਉਂਦਾ ਹੈ ਉਹ ਇੱਥੇ ਕਿਉਂ ਨਹੀਂ ਬਣਾਉਂਦੇ ਅਸੀਂ, ਤਾਂ ਕਿ ਸਾਡੇ ਕਿਸਾਨ ਨੇ ਉਹ ਜਿਹੜੇ ਸક્ષਮ ਹੋ ਜਾਣ। ਅਤੇ ਮੈਂ ਸਲਾਹ ਤਾਂ ਨਹੀਂ ਕਹਾਂਗਾ, ਲੇਕਿਨ ਇੱਕ ਸੂਚਨਾ ਜ਼ਰੂਰ ਦਿਆਂਗਾ ਨਗੇਂਦਰ ਜੀ। ਹਮੇਸ਼ਾ ਮੇਰੀ ਇਹ ਸੋਚ ਰਹੀ ਹੈ ਕਿ ਸਾਡੇ SAG ਦੀਆਂ ਮਹਿਲਾਵਾਂ ਹਨ ਜਿਹੜੀਆਂ ਕੰਮ ਕਰਦੀਆਂ ਨੇ, ਤਾਂ ਇਹ ਕੋਈ ਕੰਮ ਬੁਰਾ ਨਹੀਂ ਹੁੰਦਾ। ਲੇਕਿਨ ਪਾਪੜ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਸਾਰੇ ਬਚਤ ਗੜ੍ਹ ਦੇ ਜਿਹੜੇ ਉਹ ਵੀ ਪਾਪੜ ਬਣਾਉਣਗੇ। ਅਚਾਰ ਬਣਾਉਣ ਦਾ ਕੰਮ ਕਰਨਗੇ ਅਤੇ ਸਾਰੇ ਅਚਾਰ ਬਣਾਉਣ ਦਾ ਕੰਮ ਕਰਨਗੇ। ਇਸ ਤਰ੍ਹਾਂ ਦਾ ਇੱਕ ਕੰਮ ਵੀ ਜਿਸ ਨੇ ਫੜ ਲਿਆ ਤਾਂ ਸਾਰੇ ਬਚਤ ਗੜ੍ਹ ਵਾਲੇ ਇੱਕੋ ਹੀ ਕੰਮ ਕਰਦੇ ਨੇ। ਉਸ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਜੇਕਰ ਸਾਨੂੰ ਪਾਪੜ ਬਣਾਉਣਾ ਹੈ ਅਤੇ ਪਾਪੜ ਵਿੱਚ ਲੱਗਣ ਵਾਲਾ ਉਸ ਦਾ ਉੜਦ, ਕੀ ਬੋਲਦੇ ਨੇ ਤੁਹਾਡੇ ਇੱਥੇ, ਉੜਦ ਹੀ ਬੋਲਦੇ ਹੈ ਨਾ, ਉਹ ਇੱਕ ਨੂੰ ਕਰਨਾ ਚਾਹੀਦਾ। ਉਸ ਵਿੱਚ ਲੱਗਣ ਵਾਲੇ ਸਮਾਨ ਨੂੰ ਦੂਜੇ ਨੂੰ ਕਰਨਾ ਚਾਹੀਦਾ ਹੈ, ਤੀਜੇ ਨੂੰ ਕੁਝ ਹੋਰ ਕਰਨਾ ਚਾਹੀਦਾ ਹੈ ਉਸ ਨਾਲ ਰਿਲੇਟਿਡ। ਉਹ ਅਸੀਂ ਲੋਕ ਨਹੀਂ ਕਰਦੇ। ਹੁਣ ਇਹ ਮੇਰਾ ਜਿਹੜਾ ਕਾਸਟ ਹੈ, ਸਾਡੀ ਕਾਸਟ ਦੇ ਵਿੱਚ ਇੱਕ ਆਦਮੀ ਨੇ ਜਿਹੜਾ ਰਿਕਸ਼ਾ ਲਿਆ ਨਾ, ਤਾਂ ਸਾਰੇ ਲੋਕ ਰਿਕਸ਼ਾ ਹੀ ਲੈਂਦੇ ਨੇ। ਮੈਂ ਕਈ ਵਾਰ ਆਖਿਆ, ਭਰਾਵਾ ਤੂੰ ਪੰਚਰ ਦਾ ਦੁਕਾਨ ਪਾ, ਟਾਇਰ ਦੀ ਦੁਕਾਨ ਪਾ, ਤੇਲ ਦੀ ਦੁਕਾਨ ਪਾ। ਇਹ ਕੋਈ ਨਹੀਂ ਕਰਦਾ। ਫਿਰ ਇੱਕ ਕੋਈ ਆਉਂਦਾ, ਉਹ ਪੰਚਰ ਦੀ ਦੁਕਾਨ ਪਾਉਂਦਾ ਅਤੇ ਸਾਰਿਆਂ ਦਾ ਪੈਸਾ ਉਹਦੇ ਕੋਲ ਚਲਾ ਜਾਂਦਾ। ਤਾਂ ਇਸ ਤਰੀਕੇ ਦੇ ਜਿਹੜੇ ਸਾਡੇ ਬਚਤ ਗੜ੍ਹ ਦੇ ਲੋਕੀ ਹਨ, ਇਹਨਾਂ ਨੂੰ ਅਸੀਂ ਲੋਕੀ ਕੁਝ ਹੋਰ ਕਰਨ ਲਈ ਪ੍ਰੇਰਿਤ ਕਰਾਂਗੇ ਤਾਂ ਯਕੀਨੀ ਤੌਰ 'ਤੇ ਇੱਕ ਚੰਗਾ ਸੰਦੇਸ਼ ਜਾ ਸਕਦਾ ਹੈ ਉਸ ਦੇ ਵਿੱਚੋਂ। ਉਹ ਚੰਗੀ ਤਰ੍ਹਾਂ ਕੰਮ ਕਰ ਸਕਦੇ ਹੈ ਅਤੇ ਜਿਹੜਾ ਇਹ ਗਰੀਬੀ ਮੁਕਤ ਕਰਨ ਦਾ ਸੰਕਲਪ ਹੈ, ਆਤਮ ਨਿਰਭਰਤਾ ਲਿਆਉਣ ਦਾ ਉਹਨਾਂ ਵਿੱਚ ਢਾਂਚਾ ਬਣਾ ਰਹੇ ਹਨ, ਉਹ ਯਕੀਨੀ ਤੌਰ 'ਤੇ ਸਾਨੂੰ ਉਸ ਦੇ ਵਿੱਚ ਸਪੋਰਟ ਮਿਲੇਗੀ। ਅਤੇ ਇਸ ਤਰੀਕੇ ਨਾਲ ਅਸੀਂ ਜੇਕਰ ਕਰਾਂਗੇ ਤਾਂ ਕੰਮ ਕਰਨ ਵਿੱਚ ਵੀ ਆਸਾਨੀ ਹੋਏਗੀ। ਜਿਸ ਤਰ੍ਹਾਂ ਮੈਂ ਕੌਸ਼ਲ ਵਿਕਾਸ ਮੰਤਰਾਲੇ ਵਿੱਚ ਇੱਕ ਮੰਤਰੀ ਜੀ ਨੂੰ ਮਿਲਿਆ ਸੀ, ਉਹਨਾਂ ਨੂੰ ਮੈਂ ਆਖਿਆ ਸੀ ਕਿ ਤੁਸੀਂ ਲੋਕਾਂ ਨੇ ਕੀ ਕੀਤਾ ਹੈ ਕਿ ਤੁਸੀਂ ਇੱਕ ਪੈਟਰਨ ਬਣਾ ਕੇ ਦਿੱਤਾ ਹੈ, ਲੋਕਾਂ ਦਾ ਕੌਸ਼ਲ ਕਿਸ ਤਰ੍ਹਾਂ ਵਧਾਉਣਾ ਹੈ। ਅਤੇ ਮੇਰਾ ਸੁਝਾਅ ਇਹ ਸੀਗਾ ਉਹਨਾਂ ਨੂੰ, ਹੁਣ ਸਮਝੋ ਕਿ ਮੇਰੇ ਇੱਥੇ ਵੇਅਰ ਹਾਊਸਿੰਗ ਹੈ, ਤੁਹਾਡੇ ਕਿਸੇ ਦੇ ਕੋਲ ਇੱਥੇ ਇੰਡਸਟਰੀ ਹੋਏਗੀ ਤਾਂ ਉਹ ਇੰਡਸਟਰੀ ਅਲੱਗ ਹੋਏਗੀ, ਕਿਸੇ ਦੇ ਕੋਲ
ਟੈਕਸਟਾਈਲ ਦਾ ਕੁਝ ਕਾਰੋਬਾਰ, ਅਤੇ ਜਿੱਥੇ ਅਸੀਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਮਾਧਿਅਮ ਨਾਲ ਉਹਨਾਂ ਨੂੰ ਸਕਿੱਲ ਦੇ ਰਹੇ ਹਾਂ, ਤਾਂ ਉੱਥੇ ਜਿਹੜਾ ਰੁਜ਼ਗਾਰ ਆਲਰੇਡੀ ਹੈ ਉਸੇ ਦਾ ਸਕਿੱਲ ਦੇਣਾ ਚਾਹੀਦਾ ਹੈ। ਇਹ ਹੋ ਕੀ ਰਿਹਾ ਹੈ, ਉੱਥੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਕੰਮ ਮਿਲਦਾ ਹੈ ਅਨਸਕਿਲਡ, ਅਤੇ ਜਿਹੜੇ ਸ਼ਹਿਰੋਂ ਆਉਂਦੇ ਨੇ ਉਹਨਾਂ ਨੂੰ ਕੰਮ ਮਿਲਦਾ ਹੈ ਸਕਿਲਡ ਦਾ, ਕਿਉਂਕਿ ਉਹਨਾਂ ਦੇ ਕੋਲ ਸਕਿੱਲ ਨਹੀਂ ਹੈ। ਅਤੇ ਸਾਡਾ ਸਕਿੱਲ ਡਿਵੈਲਪਮੈਂਟ ਦਾ ਵੀ ਪ੍ਰੋਗਰਾਮ ਹੈ, ਅਤੇ ਉਹਨਾਂ ਦੇ ਉੱਥੇ ਜਿਹੜਾ ਰੁਜ਼ਗਾਰ ਹੈ ਉਹ ਸ਼ਾਇਦ ਉਹਨਾਂ ਵਿੱਚ ਨਹੀਂ ਹੋਏਗਾ। ਉਹ ਪੜ੍ਹ ਨਹੀਂ ਪਾਉਂਦੇ, ਟ੍ਰੇਨ ਨਹੀਂ ਹੋ ਪਾਉਂਦੇ, ਤਾਂ ਉਸ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਅਸੀਂ ਕਰਾਂਗੇ। ਜਿਹੜਾ ਉੱਥੇ ਰੁਜ਼ਗਾਰ ਹੈ ਉੱਥੇ ਉਸੇ ਦਾ ਸਕਿੱਲ ਉਨਕੋ ਉਹਨਾਂ ਦੇ ਏਰੀਆ 'ਚ ਮਿਲੇਗਾ, ਅਤੇ ਨਿਸ਼ਚਿਤ ਤੌਰ 'ਤੇ ਉਹ ਵੀ ਸਪੋਰਟ ਹੋਏਗਾ ਆਤਮ ਨਿਰਭਰ ਬਣਨ 'ਚ ਅਤੇ ਗਰੀਬੀ ਮੁਕਤ ਪਿੰਡ ਬਣਾਉਣ 'ਚ। ਤਾਂ ਇਸ ਤਰ੍ਹਾਂ ਅਸੀਂ ਕੰਮ ਕਰਾਂਗੇ, ਅਤੇ ਨਿਸ਼ਚਿਤ ਤੌਰ 'ਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਲੋਕਾਂ ਨੂੰ ਜਿਹੜਾ 7 ਦਿਨ ਵਿੱਚ ਇੱਥੇ ਜੋ ਕੁਝ ਵੀ ਮਾਰਗਦਰਸ਼ਨ ਮਿਲਿਆ ਹੈ ਉਸ ਵਿੱਚੋਂ ਥੋੜ੍ਹਾ ਜਿਹਾ ਵੀ ਆਤਮਸਾਤ ਕਰਕੇ ਤੁਸੀਂ ਲੋਕਾਂ ਨੇ ਕੰਮ ਕੀਤਾ, ਤਾਂ ਉਹ ਸਾਡੇ ਲਈ ਲਾਭਦਾਇਕ, ਆਨੰਦਦਾਇਕ ਗੱਲ ਰਹੇਗੀ। ਇਸ ਦੇ ਲਈ ਇਸ ਦਾ ਸਾਨੂੰ ਜ਼ਿਆਦਾ ਆਨੰਦ ਹੋਏਗਾ। ਇਸ ਕਰਕੇ ਤੁਹਾਨੂੰ ਸਾਰਿਆਂ ਦੇ ਕੋਲ ਸਾਰੀਆਂ ਸੁਵਿਧਾਵਾਂ ਤਾਂ ਹੁੰਦੀਆਂ ਨਹੀਂ, ਕੁਝ ਨਾ ਕੁਝ ਕਿਸੇ ਦੇ ਕੋਲ ਕੋਈ ਨਾ ਕੋਈ ਕਮੀ ਰਹਿੰਦੀ ਹੈ। ਤਾਂ ਕਈ ਵਾਰੀ ਤੁਸੀਂ ਲੋਕਾਂ ਨੇ ਵੀ ਸੁਣਿਆ ਹੋਏਗਾ, ਮੈਂ ਵੀ ਹਮੇਸ਼ਾ ਇਹੀ ਗੱਲ ਕਹਿੰਦਾ ਵਾਂ, ਮੰਜ਼ਿਲਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਮੰਜ਼ਿਲਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਪੰਖਾਂ ਨਾਲ ਕੁਝ ਨਹੀਂ ਹੁੰਦਾ ਦੋਸਤ, ਹੌਸਲਿਆਂ ਨਾਲ ਉਡਾਣ ਹੁੰਦੀ ਹੈ। ਜਿਨ੍ਹਾਂ ਦੇ ਕੋਲ ਹੌਸਲਾ ਹੈ ਉਹਨਾਂ ਨੂੰ ਉੱਡਣ ਤੋਂ ਕੋਈ ਨਹੀਂ ਰੋਕ ਸਕਦਾ। ਜਿਸ ਤਰ੍ਹਾਂ ਪੇੜ ਦੇ ਉੱਤੇ ਬੈਠਾ ਹੋਇਆ ਪੰਛੀ ਹੁੰਦਾ ਹੈ, ਉਸ ਪੰਛੀ ਨੂੰ ਉਸ ਪੇੜ ਦੀ ਡਾਲੀ 'ਤੇ ਵਿਸ਼ਵਾਸ ਨਹੀਂ ਹੁੰਦਾ। ਇੰਨੀ ਉਚਾਈ 'ਤੇ ਜਦੋਂ ਬੈਠਦਾ ਹੈ ਉਹ ਡਾਲ ਦੇ ਭਰੋਸੇ 'ਤੇ ਨਹੀਂ ਬੈਠਦਾ, ਉਸ ਨੂੰ ਭਰੋਸਾ ਹੁੰਦਾ ਹੈ ਆਪਣੇ ਪੰਖਾਂ 'ਤੇ। ਉਸ ਨੂੰ ਪਤਾ ਹੈ ਕਿ ਇਹ ਥੱਲਿਓਂ ਕੱਟ ਵੀ ਗਈ, ਟੁੱਟ ਵੀ ਗਈ, ਤਾਂ ਮੇਰੇ ਪੰਖ ਨੇ ਜਿਹੜੇ ਮੈਨੂੰ ਗਿਰਨ ਨਹੀਂ ਦੇਣਗੇ। ਇਸ ਕਰਕੇ ਤੁਹਾਡੇ ਵਿੱਚ ਇਹ ਹੌਸਲਾ ਤੁਸੀਂ ਆਪਣੇ ਅੰਦਰ ਖੁਦ ਲਿਆਓਗੇ ਤਾਂ ਤੁਹਾਨੂੰ ਉੱਡਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਉਹਦੇ ਲਈ ਪੰਖਾਂ ਦੀ ਜ਼ਰੂਰਤ ਨਹੀਂ, ਹੌਸਲੇ ਦੀ ਜ਼ਰੂਰਤ ਹੈ। ਅਖੀਰ 'ਚ ਮੈਂ ਇਹੀ ਕਹਾਂਗਾ ਕਿ ਜਨਮ ਨਿਸ਼ਚਿਤ ਹੈ, ਮਰਨ ਨਿਸ਼ਚਿਤ ਹੈ, ਲੇਕਿਨ ਜੇਕਰ ਕਰਮ ਚੰਗੇ ਹੋਣ ਤਾਂ ਸਮਰਨ ਵੀ ਨਿਸ਼ਚਿਤ ਹੈ। ਤਾਂ ਇਹੋ ਜਿਹਾ ਕੰਮ ਕਰੋ। ਜੇਕਰ ਤੁਹਾਡੇ 5 ਸਾਲ ਦਾ ਵੀ ਟਾਈਮ ਹੈ ਸਰਪੰਚ ਦਾ, ਤਾਂ ਜ਼ਿੰਦਗੀ ਭਰ ਤੁਹਾਨੂੰ ਕੋਈ ਨਾ ਭੁੱਲੇ, ਤੁਹਾਨੂੰ ਹਮੇਸ਼ਾ ਸਮਰਨ ਵਿੱਚ ਰੱਖਣਗੇ। ਤੁਸੀਂ ਇਸ ਤਰ੍ਹਾਂ ਕੰਮ ਕਰੋ। ਇਹ ਮੈਂ ਇੱਥੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦਾ ਵਾਂ ਅਤੇ ਆਪਣੇ 2 ਸ਼ਬਦ ਸਮਾਪਤ ਕਰਨਾ ਵਾਂ। ਜੈ ਹਿੰਦ ਕਰਨਾ ਵਾਂ।